Dr. Best, a fast-growing pharmaceutical company in Indian market. Dr. Best is an innovation-driven startup India project which is fastly becoming emerging brand in India. Dr. Best offers a quality range of pharmaceutical products for the patients at almost 80% lesser prices than the other companies. For business queries, contact today at Dr. Best, a reliable name for quality medicines at affordable prices. ਸਾਰਾ ਕਿਸਾਨ ਯੂਨੀਅਨ ਤੁਹਾਡੇ ਨਾਲ ਬੈਠ ਕੇ ਖੜੂਗੀ। ਜੇ ਸਰਕਾਰ ਨੇ ਧੱਕਾ ਕੀਤਾ ਤੁਹਾਡੇ ਨਾਲ ਜਿਵੇਂ ਕਰ ਰਹੀ ਆ, ਉਹਨਾਂ ਨੇ ਸਾਡੀਆਂ ਪੋਸਟਾਂ ਇੰਟਰੋਡਿਊਸ ਕਰਕੇ ਬਾਹਰੋਂ ਬੰਦੇ ਭਰਤੀ ਕਰਾ ਕੇ, ਪੰਜਾਬ ਤੋਂ ਬਾਹਰਲੀਆਂ ਸਟੇਟਾਂ ਤੋਂ ਬੰਦੇ ਭਰਤੀ ਕਰਾ ਕੇ ਸਾਡੀ ਜਗ੍ਹਾ ਤੇ ਆ ਰਹੇ ਨੇ। ਉਹ ਲੈਟਰ ਕੱਢਤਾ ਵੀ ਅਸੀਂ ਨਵੀਂ ਭਰਤੀ ਕਰਾਂਗੇ। ਕਿਉਂ, ਸਾਡੇ 'ਚ ਕੀ ਕਸੂਰ ਆ? ਅਸੀਂ ਉਹ ਟਾਈਮ ਸਰਕਾਰ ਦਾ ਕੰਮ ਸਾਰਿਆ ਜਦੋਂ ਸਰਕਾਰੀ ਕਾਲਜਾਂ ਨੂੰ ਕੋਈ ਝਾਕਦਾ ਵੀ ਨਹੀਂ ਸੀਗਾ। ਇੰਨੀ ਘੱਟ ਤਨਖਾਹਾਂ ਤੇ ਅਸੀਂ ਕੰਮ ਕੀਤਾ। ਗੱਲ ਨਾ ਮੰਨੀ ਤਾਂ ਅਸੀਂ ਅਜਿਹੇ ਅੰਦੋਲਨ ਅਨੇਕਾਂ ਹੀ ਉਲੀਕਾਂਗੇ, ਕਿਉਂਕਿ ਅਸੀਂ ਹੁਣ ਮਰੇ ਤਾਂ ਹੋਈ ਹਾਂ। ਸਾਡੇ ਕੋਲ ਕੋਈ ਵਿਚਾਰਾ ਨਹੀਂ ਹੋਰ ਕੁਝ ਕਰਨ ਦਾ, ਕਿਉਂਕਿ ਹੁਣ ਤੱਕ ਅਸੀਂ ਕਾਲਜਾਂ ਦੇ ਵਿੱਚ ਵੀ 15-20 ਦਿਨ ਤੋਂ ਬੈਠੇ ਹਾਂ। ਤੇ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਦੀ ਗੈਸਟ ਫੈਕਲਟੀ ਪਾਰਟ ਟਾਈਮ ਕੰਟਰੈਕਟਰ ਉੱਤੇ ਸਰਕਾਰੀ ਕਾਲਜਾਂ ਵਿੱਚ ਪਿਛਲੇ 15-20 ਸਾਲਾਂ ਤੋਂ ਕੰਮ ਕਰਦੇ ਸਹਾਇਕ ਪ੍ਰੋਫੈਸਰਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਦੇ ਤਹਿਤ ਨਾਭਾ ਵਿਖੇ ਗੈਸਟ ਫੈਕਲਟੀ ਸਹਾਇਤ ਪ੍ਰੋਫੈਸਰ ਆਯੁਸ਼ ਸੈਸ਼ਨ ਦਾ ਧਰਨਾ 15ਵੇਂ ਦਿਨ ਵੀ ਜਾਰੀ ਰਿਹਾ। ਹੁਣ ਗੈਸਟ ਫੈਕਲਟੀ ਪ੍ਰੋਫੈਸਰਾਂ ਦੇ ਹੱਕ ਵਿੱਚ 17 ਨਵੰਬਰ ਨੂੰ ਭਾਰਤ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਨਾਭਾ ਵਿਖੇ ਕਾਂਗਰਸ ਸਰਕਾਰ ਦੇ ਖਿਲਾਫ ਸੂਬਾ ਪੱਧਰੀ ਰੈਲੀ ਕੀਤੀ ਜਾਵੇਗੀ। ਪ੍ਰੋਫੈਸਰਾਂ ਵੱਲੋਂ ਛੋਟੇ ਛੋਟੇ ਪ੍ਰੋਗਰਾਮ ਤਾਂ ਪਿਛਲੇ 10 ਦਿਨਾਂ 15 ਦਿਨ ਚੱਲ ਰਹੇ ਨੇ। ਹੁਣ ਇੱਕ ਅਸੀਂ ਬੇਨਤੀ ਕੀਤੀ ਸੀ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜੀ ਨੂੰ, ਉਹ ਕਹਿੰਦੇ ਵੀ ਤੁਸੀਂ ਲੱਗੇ ਰਹੋ, ਅਸੀਂ ਤੁਹਾਡੇ ਨਾਲ ਆ। ਸਾਰਾ ਕਿਸਾਨ ਯੂਨੀਅਨ ਤੁਹਾਡੇ ਨਾਲ ਬੈਠ ਕੇ ਖੜੂਗੀ। ਜੇ ਸਰਕਾਰ ਨੇ ਧੱਕਾ ਕੀਤਾ ਤੁਹਾਡੇ ਨਾਲ ਜਿਵੇਂ ਕਰ ਰਹੀ ਆ, ਉਹਨਾਂ ਨੇ ਸਾਡੀਆਂ ਪੋਸਟਾਂ ਇੰਟਰੋਡਿਊਸ ਕਰਕੇ ਬਾਹਰੋਂ ਬੰਦੇ ਭਰਤੀ ਕਰਾ ਕੇ, ਪੰਜਾਬ ਤੋਂ ਬਾਹਰਲੀਆਂ ਸਟੇਟਾਂ ਤੋਂ ਬੰਦੇ ਭਰਤੀ ਕਰਾ ਕੇ ਸਾਡੀ ਜਗ੍ਹਾ ਤੇ ਆ ਰਹੇ ਨੇ। ਉਹ ਕਹਿੰਦੇ ਸਰਕਾਰ ਬਿਲਕੁਲ ਧੱਕਾ ਕਰ ਰਹੀ ਆ। ਧੱਕੇ ਦੇ ਖਿਲਾਫ ਅਸੀਂ ਉਹਨਾਂ ਡਟ ਕੇ ਖੜ੍ਹੇ ਹਾਂ। ਉਹ ਉਸ ਤਹਿਤ ਲੜੀ ਤਹਿਤ 17 ਤਰੀਕ ਨੂੰ ਨਾਭਾ ਵਿਖੇ, ਪਟਿਆਲਾ ਗੇਟ ਨਾਭਾ ਵਿਖੇ ਇੱਕ ਸਟੇਟ ਲੈਵਲ ਦਾ ਰੋਸ ਧਰਨਾ ਪ੍ਰਦਰਸ਼ਨ ਹੋਊਗਾ, ਜਿਹਦੇ ਵਿੱਚ ਸਾਡੀ ਸਾਰੀ ਜਥੇਬੰਦੀ ਜਿੰਨੀ ਵੀ ਅਸੀਂ ਗੈਸਟ ਫੈਕਲਟੀ ਪੰਜਾਬ ਦੇ ਹਾਂ ਉਹ ਪਹੁੰਚਣਗੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਜੀ ਉੱਥੇ ਆਪ ਆ ਕੇ ਧਰਨੇ ਨੂੰ ਸੰਬੋਧਨ ਕਰਨਗੇ ਤੇ ਸਾਡੀ ਹੱਕੀ ਜਿਹੜੀ ਜਾਇਜ਼ ਮੰਗਾਂ ਨੇ ਉਹ ਸਰਕਾਰ ਤੱਕ ਪਹੁੰਚਾਉਣ ਨੂੰ ਅਸੀਂ ਕਹਿੰਦੇ ਪੂਰਾ ਵਾਹ ਲਾ ਦਾਂਗੇ। ਅਸੀਂ ਬੁਰੀ ਵਾਹ ਲਾਈ ਵੀ ਆ। ਅਸੀਂ ਜਿੰਨੇ ਕੁ ਜੋਗੇ ਹੈਗੇ ਆ, ਅਸੀਂ ਸਰਕਾਰ ਨੂੰ ਪੂਰਾ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਲੜੀ ਤਹਿਤ ਜਿਹੜੀਆਂ ਬਾਕੀ ਜਥੇਬੰਦੀਆਂ ਨੇ ਉਹ ਵੀ ਸਾਡਾ ਸਾਥ ਦੇਣ ਨੂੰ ਤਿਆਰ ਨੇ। ਹਾਲੇ ਤਾਂ ਇੱਕ ਅਸੀਂ ਜਥੇਬੰਦੀ ਦਾ ਸਾਥ ਲੈ ਰਹੇ ਹਾਂ। ਬਾਕੀ ਜੇ ਹਾਲੇ ਵੀ ਸਰਕਾਰ ਨਹੀਂ ਮੰਨਦੀ, ਫਿਰ ਵੱਖ-ਵੱਖ ਹੋਰ ਜਥੇਬੰਦੀਆਂ ਨੇ ਉਹ ਵੀ ਸਾਨੂੰ ਕਹਿ ਰਹੀਆਂ ਨੇ ਅਸੀਂ ਵੀ ਤੁਹਾਨੂੰ ਵਿੱਚ ਬੈਠਣ ਨੂੰ ਤਿਆਰ ਹਾਂ। ਪਰ ਹਾਲੇ ਜਿਹੜਾ ਸਾਡਾ ਪ੍ਰੋਗਰਾਮ ਆ ਉਹ 2 ਜਥੇਬੰਦੀਆਂ ਦਾ, ਇੱਕ ਗੈਸਟ ਫੈਕਲਟੀ ਲੈਕਚਰਰ ਐਸੋਸੀਏਸ਼ਨ ਪੰਜਾਬ ਤੇ ਇੱਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜੀ, ਇਹ ਸਾਂਝਾ ਇੱਕ ਐਕਸ਼ਨ ਕਰ ਰਹੇ ਨੇ। ਇਹ ਪਹਿਲਾ ਐਕਸ਼ਨ ਉਹਨਾਂ ਦਾ ਨਾਭਾ ਵਿਖੇ ਆ। ਉਸ ਤੋਂ ਬਾਅਦ ਅਗਲਾ ਪ੍ਰੋਗਰਾਮ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਲਾਕੇ 'ਚ ਹੋਊਗਾ ਤੇ ਉਸ ਤੋਂ ਅਗਲਾ ਪ੍ਰੋਗਰਾਮ ਫਿਰ ਪ੍ਰਗਟ ਸਿੰਘ ਸਾਡੇ ਸਿੱਖਿਆ ਮੰਤਰੀ ਨੇ ਉਹਨਾਂ ਦੇ ਇਲਾਕੇ 'ਚ ਹੋਊਗਾ। ਸਭ ਤੋਂ ਸ਼ੁਰੂਆਤ ਦਾ ਅਸੀਂ ਨਾਭੇ ਤੋਂ ਕਰ ਰਹੇ ਹਾਂ। ਉਹ 17 ਤਰੀਕ ਨੂੰ ਅਸੀਂ ਨਾਭੇ ਬਹੁਤ ਵੱਡਾ ਇੱਕ ਇਕੱਠ ਕਰ ਰਹੇ ਹਾਂ, ਜਿਹਦੇ ਵਿੱਚੋਂ ਇਹ ਤੈਅ ਹੋ ਜਾਊਗਾ ਵੀ ਜਿਹੜੀ ਚੰਨੀ ਸਰਕਾਰ ਇਹ ਸੁਪਨਾ ਦੇਖ ਰਹੀ ਹੈ ਵੀ ਅਸੀਂ 90 ਦਿਨਾਂ 'ਚ ਬੱਲੇ ਬੱਲੇ ਖੱਟ ਲਾਂਗੇ, ਵੀ ਅਸੀਂ ਰਿਪੀਟ ਕਰ ਲਾਂਗੇ, ਇਹ ਅਸੀਂ ਹੁਣ ਦਿਖਾਵਾਂਗੇ ਵੀ ਤੁਸੀਂ ਕੀ ਕਰ ਰਹੇ ਹੋ, ਅਸਲ ਵਿੱਚ ਦਿਖਾ ਕੀ ਰਹੇ ਹੋ। ਤੁਸੀਂ ਮੀਡੀਆ 'ਚ ਤੁਸੀਂ ਲੋਕਾਂ ਨੂੰ ਮਿਲ ਰਹੇ ਹੋ ਕੰਧਾਂ 'ਤੇ ਬਹਿ ਕੇ। ਅਸੀਂ 5 ਦਿਨ ਹੋ ਗਏ, ਸਾਡੇ ਉੱਥੇ ਟੀਚਰ ਬੈਠੇ ਨੇ 5 ਦਿਨ ਕੰਧਾਂ 'ਤੇ ਵੀ ਚੰਨੀ ਜੀ ਆਉਣਗੇ। ਪੁਲਿਸ ਵਾਲੇ ਨੇੜੇ ਨਹੀਂ ਲੱਗਣ ਦੇ ਰਹੇ, ਨਾ ਕੋਈ ਮਿਲਾ ਰਹੇ ਨੇ ਉਹਨਾਂ ਨੂੰ। ਇਸ ਲਈ ਇਹ ਜੋ ਪਖੰਡ ਚੱਲ ਰਹੇ ਨੇ ਵੀ ਅਸੀਂ ਆਮ ਕਾਮਨ ਮੈਨ ਨੇ ਚੰਨੀ ਜੀ, ਕੋਈ ਕਾਮਨ ਮੈਨ ਨਹੀਂ ਹੈਗੇ। ਜਿਹੜੀ ਉਹ ਸਕ੍ਰਿਪਟ ਲਿਖੀ ਵੀ ਉਹਨਾਂ ਦੀ ਵੀ ਆਹ ਬੰਦੇ ਨੂੰ ਮਿਲਣਾ, ਉਹਨੂੰ ਮਿਲਦੇ ਨੇ ਉਹ। ਅਸੀਂ ਪਿਛਲੇ 5-6 ਦਿਨਾਂ ਤੋਂ ਉਹ ਕੰਧ ਜੀ ਜਿਹੜੀ ਦਿਖਾ ਰਹੇ ਟੀਵੀ 'ਚ ਉਹ 'ਤੇ ਬੈਠੇ ਰੋਜ਼ ਉਡੀਕਦੇ ਹਾਂ, ਅੱਜ ਮਿਲੂਗਾ, ਕੱਲ੍ਹ ਨੂੰ ਮਿਲਣਗੇ, ਪਰਸੋਂ ਨੂੰ ਮਿਲਣਗੇ। ਹਰ ਰੋਜ਼ ਉੱਥੇ ਨਿਰਾਸ਼ ਹੋ ਕੇ ਮੁੜਦੇ ਹਾਂ ਅਸੀਂ। ਹੁਣ ਅਸੀਂ ਨੇ ਮਨ ਬਣਾ ਲਿਆ ਵੀ ਜੇ ਸਰਕਾਰ ਇਹੀ ਰਵੱਈਆ ਰੱਖਦੀ ਆ, 21 ਤਰੀਕ ਨੂੰ ਉਹਨੇ ਪੇਪਰ ਰੱਖ ਰੱਖਿਆ, 21 ਤਰੀਕ ਨੂੰ ਪੇਪਰ ਹੋ ਗਿਆ, ਅਸੀਂ ਸਾਰੇ ਨੌਕਰੀਆਂ ਤੋਂ ਬਾਹਰ ਜਾਣ ਨੂੰ ਤੁਸੀਂ ਤਾਂ 21 ਸਾਲ ਤੋਂ ਕੰਮ ਕਰ ਰਹੇ ਹੋ। ਹਾਂ, ਅਸੀਂ ਤਕਰੀਬਨ 2000 ਦੀ ਭਰਤੀ ਨਹੀਂ ਹੋਈ ਹੈਗੀ, ਸਨ 2000 ਦੀ। ਕੁਛ 2000 ਦੇ ਨੇ, ਕੁਛ 2002 ਦੇ ਨੇ,
ਕੁਝ ਉਸ ਤੋਂ ਬਾਅਦ ਆਏ ਨੇ। ਬਾਕੀ ਕੰਟੀਨਿਊ ਪ੍ਰੋਸੈਸ ਆ ਵੀ 20 ਸਾਲ ਦੇ ਬੰਦੇ ਕੰਮ ਕਰ ਰਹੇ ਨੇ। ਉਹ 20 ਸਾਲ ਦੇ ਬੰਦਿਆਂ ਨੂੰ ਚੰਨੀ ਸਰਕਾਰ ਇੱਕ ਫਰਮਾਨ ਰਾਹੀਂ ਕ੍ਰਿਸ਼ਨ ਕੁਮਾਰ ਸਾਡਾ ਸੈਕਟਰੀ ਨੇ ਹਾਇਰ ਐਜੂਕੇਸ਼ਨ ਦੇ, ਉਹਨਾਂ ਨੇ ਇਹ ਲੈਟਰ ਕੱਢਤਾ ਵੀ ਅਸੀਂ ਨਵੀਂ ਭਰਤੀ ਕਰਾਂਗੇ। ਕਿਉਂ ਸਾਡੇ 'ਚ ਕੀ ਕਸੂਰ ਆ? ਅਸੀਂ ਉਹ ਟਾਈਮ ਸਰਕਾਰ ਦਾ ਕੰਮ ਸਾਰਿਆ ਜਦੋਂ ਸਰਕਾਰੀ ਕਾਲਜਾਂ ਨੂੰ ਕੋਈ ਝਾਕਦਾ ਵੀ ਨਹੀਂ ਸੀਗਾ। ਇੰਨੀ ਘੱਟ ਤਨਖਾਹਾਂ ਤੇ ਅਸੀਂ ਕੰਮ ਕੀਤਾ ਇੱਕ ਆਸ 'ਚ, ਕਿਉਂਕਿ ਅੱਜ ਕੱਲ੍ਹ ਮਹਿੰਗਾਈ ਬਹੁਤ ਵੱਧ ਗਈ ਆ। 3350 'ਚ ਅਸੀਂ ਕੰਮ ਕੀਤਾ, 175 ਰੁਪਏ ਘੰਟੇ 'ਚ ਕੀਤਾ। ਅੱਜ ਵੀ ਸਾਨੂੰ ਕੋਈ ਬਹੁਤ ਜ਼ਿਆਦਾ ਤਨਖਾਹ ਨਹੀਂ ਮਿਲਦੀ, ਸਾਨੂੰ ਸਿਰਫ ਸਰਕਾਰ 10,000 ਰੁਪਈਆ ਦੇ ਰਹੀ ਆ। ਇੱਕ ਕਲਾਸ 1 ਦੀ ਪੋਸਟ ਤੇ ਬੰਦਾ ਕੰਮ ਕਰਦਾ, ਠੀਕ ਆ, ਪੂਰੀਆਂ ਸਭ ਤੋਂ ਵੱਡੀ ਪੜ੍ਹਾਈ ਕੀਤੀ ਵੀ, ਕਿਸੇ ਦੀ PhD ਕੀਤੀ ਵੀ ਹੈ, ਕਿਸੇ ਦੀ MPhil ਕੀਤੀ ਹੈ, ਨੈਟ ਕੀਤਾ ਹੋਇਆ, ਉਹ ਬੰਦਿਆਂ ਨੂੰ ਸਿਰਫ 10,000 ਸਰਕਾਰ ਦੇ ਰਹੀ ਆ। 11,600 ਤਾਂ ਬੱਚੇ ਜਿਹੜੇ ਵਿਦਿਆਰਥੀ ਨੇ ਸਾਡੇ ਵਿੱਚ ਵੀ ਖੜੇ ਨੇ ਵਿਦਿਆਰਥੀ, ਉਹ ਕਹਿੰਦੇ ਸਰ ਜੇ ਤੁਹਾਡੇ ਨਾਲ ਧੱਕਾ ਹੋਇਆ ਅਸੀਂ ਤੁਹਾਡੇ ਨਾਲ ਖੜਾਂਗੇ। ਅਸੀਂ ਤੁਹਾਨੂੰ ਤਨਖਾਹ ਦੇ ਰਹੇ ਹਾਂ, ਆਪਦਾ ਸਾਡੇ ਜਿਹੜੇ ਗਰੀਬ ਮਾਪੇ ਨੇ ਉਹ ਤੁਹਾਨੂੰ ਤਨਖਾਹ ਦੇ ਰਹੇ ਨੇ, ਸਰਕਾਰ ਦੇ ਕੁਛ ਨਹੀਂ ਰਹੀ। ਇਹ ਸੰਘਰਸ਼ ਚੱਲ ਰਿਹਾ ਜੀ, ਇਹਦਾ ਮੇਨ ਕਾਰਨ ਇਹ ਹੈ ਕਿ ਸਰਕਾਰ ਨੇ ਨਾ ਜਿੱਦੀ ਰਵੱਈਆ ਅਪਣਾਇਆ ਹੋਇਆ। ਇਹਦਾ ਸੋਲੂਸ਼ਨ ਬਹੁਤ ਆਸਾਨ ਹੈ। ਸਰਕਾਰ ਕਟਾਈਂਗ ਕੈਡਰ ਕ੍ਰੀਏਟ ਕਰ ਦੇਵੇ। ਉਹਦੇ ਵਿੱਚ ਕੀ ਹੈ, ਜਿਹੜੇ ਬੰਦੇ ਰਿਟਾਇਰ ਹੋ ਜਾਣਗੇ ਕੈਡਰ ਖਾਲੀ ਹੋ ਜਾਊਗਾ, ਉਹਦੀ ਜਗ੍ਹਾ ਤੇ ਨਵੇਂ ਬੰਦੇ ਭਰਤੀ ਕਰਦੇ ਰਹਿਣ। ਪਤਾ ਨਹੀਂ, ਸਾਨੂੰ ਇਹ ਨਹੀਂ ਪਤਾ ਸੀ ਕਿ ਸਰਕਾਰ ਦੀ ਮਨਸ਼ਾ ਕੀ ਹੈ। ਦੋ ਗੱਲਾਂ ਨੇ, ਜਾਂ ਤਾਂ ਸਰਕਾਰ ਦੀ ਮਨਸ਼ਾ ਹੀ ਮਾੜੀ ਹੈ, ਜਾਂ ਫਿਰ ਇਹ ਹੈਗਾ ਕਿ ਸਰਕਾਰ ਦੇ ਉੱਤੇ ਬਿਊਰੋਕ੍ਰੇਸੀ ਉਹਦੇ ਉੱਪਰ ਦੀ ਚੱਲ ਰਹੀ ਹੈ ਔਰ ਸਰਕਾਰ ਦੇ ਕੰਟਰੋਲ ਦੇ ਵਿੱਚ ਨਹੀਂ ਹੈਗੀ। ਨਹੀਂ ਤਾਂ ਇਹ ਬਹੁਤ ਆਸਾਨ ਕੰਮ ਹੈਗਾ। ਦੇਖੋ ਦਿੱਲੀ ਦੇ ਵਿੱਚ ਇਹ ਸਮੱਸਿਆ ਸੀ ਗੈਸਟ ਫੈਕਲਟੀ ਦੀ, ਹਰਿਆਣੇ 'ਚ ਇਹ ਸਮੱਸਿਆ ਸੀ। ਉਹਨਾਂ ਸਰਕਾਰਾਂ ਨੇ ਕੀ ਕੀਤਾ, ਡਾਈਂਗ ਕੈਡਰ ਬਣਾਤੇ ਕਿ ਜਿੰਨਾ ਚਿਰ ਇਹ ਬੰਦੇ ਰਿਟਾਇਰ ਨਹੀਂ ਹੁੰਦੇ ਉਹਨਾਂ ਚਿਰ ਇਹਨਾਂ ਬੰਦਿਆਂ ਨੂੰ ਕੱਢਿਆ ਨਹੀਂ ਜਾਊਗਾ। ਜਿਹੜਾ ਬੰਦਾ ਰਿਟਾਇਰ ਹੋ ਜਾਂਦਾ ਉਹ ਖਾਲੀ ਹੋ ਜਾਊਗਾ, ਉਹਦੀ ਜਗ੍ਹਾ ਤੇ ਦੂਸਰੀ ਭਰਤੀ ਕਰਦੇ ਰਹਿਣ। ਇਹਦੇ ਵਿੱਚ ਕੀ ਨੁਕਸਾਨ ਹੈ ਸਰਕਾਰ ਦਾ? ਸਾਨੂੰ ਇਹ ਜਿਹੜੀ ਗੱਲ ਹੈ ਸਮਝ ਤੋਂ ਬਾਹਰ ਹੈ। ਜੇ ਉਹ ਕਹਿੰਦੇ ਨੇ ਇਹ ਕੁਆਲੀਫਾਈਡ ਨਹੀਂ ਹੈਗੇ ਤਾਂ 20 ਸਾਲ ਕੀ ਇਹ ਜਿਹੜੇ ਕਾਲਜ ਨੇ ਅਨਕੁਆਲੀਫਾਈਡ ਪਰਸਨ ਨੇ ਚਲਾਏ ਨੇ। ਜੇ ਅਨਕੁਆਲੀਫਾਈਡ ਪਰਸਨ ਨੇ ਚਲਾਏ ਨੇ, ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੇ ਅਨਕੁਆਲੀਫਾਈਡ ਪਰਸਨ ਕਿਉਂ ਰੱਖੇ। ਇਹਦੇ ਵਿੱਚ ਕੋਈ ਸੱਚ ਨਹੀਂ ਕਿ ਅਨਕੁਆਲੀਫਾਈਡ ਨੇ, ਸਾਰੇ ਪਰਸਨ ਕੁਆਲੀਫਾਈਡ ਨੇ, ਉਸ ਸਮੇਂ ਦੀਆਂ ਜਿਹੜੀਆਂ ਯੋਗਤਾਵਾਂ ਨੇ ਉਹਨੂੰ ਪੂਰਾ ਕਰਦੇ ਆਏ ਨੇ। ਹੁਣ ਸਰਕਾਰ ਦੀ ਮਨਸ਼ਾ ਹੀ ਕਲੀਅਰ ਨਹੀਂ ਹੈਗੀ। ਜ਼ਿਆਦਾ ਬਿਊਰੋਕ੍ਰੇਸੀ ਨੇ ਉਸ ਦੇ ਉੱਤੇ ਇੰਨਾ ਕੰਟਰੋਲ ਕਰ ਲਿਆ ਕਿ ਉਹਨਾਂ ਨੂੰ ਗੱਲ ਨਹੀਂ ਸਮਝ ਆਉਣ ਦਿੰਦੇ। ਸਰਕਾਰ ਸਿਰਫ ਲਾਰਿਆਂ ਦੀ ਸਰਕਾਰ ਹੈ। ਇਹ ਕੋਈ ਚੰਨੀ ਸਰਕਾਰ ਨਹੀਂ, ਕੋਈ ਆਮ ਲੋਕਾਂ ਦੀ ਸਰਕਾਰ ਨਹੀਂ। ਇਹਦਾ ਸਰਕਾਰ ਦਾ ਪੂਰਾ ਨਾਮ ਲਾਰਿਆਂ ਦੀ ਸਰਕਾਰ ਹੈ। ਇਹ ਸਿਰਫ ਮੀਟਿੰਗਾਂ ਤੇ ਮੀਟਿੰਗਾਂ ਦੇ ਰਹੀ ਹੈ। ਮੀਟਿੰਗ, ਉਸ ਤੋਂ ਬਾਅਦ ਫਿਰ ਮੀਟਿੰਗ। ਅਸੀਂ ਮੀਟਿੰਗਾਂ ਦੇਖ ਕੇ ਪਰੇਸ਼ਾਨ ਹੋ ਗਏ, ਪਰ ਇਹਨਾਂ ਨੇ ਹਾਲੇ ਤੱਕ ਕੋਈ ਹੱਲ ਨਹੀਂ ਕੱਢਿਆ। ਜੇ ਕੱਢਣਾ ਚਾਹੇ ਤਾਂ ਸਰਕਾਰ ਦੇ ਲਈ ਸਿਰਫ ਮਿੰਟਾਂ ਦੀ ਗੱਲ ਹੈ, ਇੱਕ ਪੱਤਰ ਜਾਰੀ ਕਰੇ ਔਰ ਡਾਈਂਗ ਜਿਹੜਾ ਇਸ ਨੂੰ ਕੈਡਰ ਬਣਾ ਦੇਵੇ। ਤੁਹਾਨੂੰ ਲੱਗਦਾ ਵੀ ਜਿੱਥੇ ਵੀ ਕ੍ਰਿਸ਼ਨ ਕੁਮਾਰ ਜਾਂਦੇ ਨੇ ਨਵਾਂ ਪੰਗਾ ਪਾਉਂਦੇ ਨੇ? ਇਹ ਬਿਲਕੁਲ ਸਹੀ ਗੱਲ ਹੈ ਜੀ। ਉਹ ਹੀ ਕੈਰੋਗਨ ਟਾਈਪ ਦੇ ਜਿਹੜਾ ਬਿਊਰੋਕਰੇਟ ਨੇ, ਉਹਨਾਂ ਨੂੰ ਇਹ ਲੱਗਦਾ ਕਿ ਜੋ ਮੈਂ ਗੱਲ ਕਰਨਾ ਉਹ ਸਹੀ ਹੈ। ਉਹਨਾਂ ਨੂੰ ਕੋਈ ਪਬਲਿਕ ਸਿੰਪੈਥੀ ਨਹੀਂ। ਜਦੋਂ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਨਵੇਂ ਐਡਮਿਨਿਸਟ੍ਰੇਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਹੜਾ ਕਿ ਪੀਪਲ ਦੇ ਨਾਲ ਸਿੰਪੈਥੀ ਰੱਖਦਾ ਹੈ, ਪਰੰਤੂ ਉਹ ਪਤਾ ਨਹੀਂ ਕਿਹੜੇ ਸਮੇਂ ਦੇ ਐਡਮਿਨਿਸਟ੍ਰੇਟਰ ਨੇ ਕਿ ਉਹਨਾਂ ਨੂੰ ਲੋਕਾਂ ਦੇ ਨਾਲ ਕਿਸੇ ਤਰੀਕੇ ਦੀ ਕੋਈ ਸਿੰਪੈਥੀ ਨਹੀਂ ਹੈਗੀ। ਜੋ ਉਹਨਾਂ ਦੇ ਦਿਮਾਗ ਦੇ ਵਿੱਚ ਗੱਲ ਹੁੰਦੀ ਹੈ ਉਸ ਗੱਲ ਨੂੰ ਨਾ ਸਿਰਫ ਲੋਕਾਂ ਤੇ ਇੰਪੋਜ਼ ਕੀਤਾ ਜਾਂਦਾ ਹੈ, ਸਗੋਂ ਸਾਨੂੰ ਤਾਂ ਇਹ ਲੱਗਦਾ ਕਿ ਉਹ ਮੰਤਰੀ ਤੇ ਵੀ ਉਸ ਗੱਲ ਨੂੰ ਇੰਪੋਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ। ਅਸੀਂ 10 ਤੋਂ ਕੋਈ 10 ਸਾਲ ਦਾ, ਕੋਈ 5 ਸਾਲ ਦਾ, ਕੋਈ 20 ਸਾਲ ਦਾ ਸਾਰੇ ਕੰਮ ਕਰ ਰਹੇ ਨੇ ਬਿਨਾਂ ਕਿਸੇ ਮਤਲਬ ਇਹ ਕਹਿ ਸਕਦੇ ਹਾਂ ਅਸੀਂ ਕਿ ਜਿੰਨੀਆਂ ਵੀ ਜਦੋਂ ਤੋਂ ਅਸੀਂ ਲੱਗੇ ਹੋਏ ਹਾਂ ਜਿਹੜੀਆਂ ਸੇਵਾਵਾਂ ਰੈਗੂਲਰ ਟੀਚਰ, ਰੈਗੂਲਰ ਪ੍ਰੋਫੈਸਰ ਨਿਭਾ ਰਹੇ ਨੇ ਉਹ ਸਾਰੀਆਂ ਸੇਵਾਵਾਂ ਅਸੀਂ ਨਿਭਾ ਰਹੇ ਹਾਂ। ਸਰਕਾਰ ਕੋਈ ਇੱਕ ਵੀ ਸੇਵਾ ਦੱਸ ਦੇ ਜਿਹੜੀ ਅੱਜ ਤੱਕ ਅਸੀਂ ਨਾ ਨਿਭਾਈ ਹੋਵੇ। ਤੇ ਅਸੀਂ ਅੱਜ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਬਿਨਾਂ ਕਿਸੇ ਪੱਖਪਾਤ ਤੋਂ ਸਰਕਾਰ ਕੋਈ ਵੀ ਅਜਿਹਾ ਸਟੈਪ ਨਾ ਚੱਕੇ ਕਿ ਸਰਕਾਰ ਸਾਨੂੰ ਲੈਟਰ ਕੱਢੇ ਵੀ ਤੇ ਉਹ ਅਜਿਹਾ ਕੱਢੇ ਕਿ ਕਿਸੇ ਦਾ ਕੰਮ ਹੋ ਰਿਹਾ, ਕਿਸੇ ਦਾ ਕੰਮ ਨਹੀਂ ਹੋ ਰਿਹਾ। ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਜੇ ਅਜਿਹਾ ਹੋਇਆ ਤਾਂ ਅਸੀਂ ਫਿਰ ਸਰਕਾਰ ਇੱਦਾਂ ਹੀ ਸੜਕਾਂ ਤੇ ਉਤਰਾਂਗੇ। ਤੇ ਤੁਹਾਨੂੰ ਸਾਰਿਆਂ ਨੂੰ ਹੁਣ ਪਤਾ ਹੀ ਲੱਗ ਚੁੱਕਿਆ ਹੋਊਗਾ ਕਿ 17 ਤਰੀਕ ਨੂੰ ਇੱਕ ਅਸੀਂ ਵੱਡਾ ਜਿਹੜਾ ਹੈਗਾ ਆ ਰੋਸ ਅੰਦੋਲਨ ਕਹਿ ਸਕਦੇ ਆ ਉਹਨੂੰ ਉਲੀਕਿਆ ਹੋਇਆ ਆ, ਜਿਹੜਾ ਕਿ ਅਸੀਂ ਪੂਰੇ ਜੋਸ਼ ਦੇ ਨਾਲ ਅਸੀਂ ਉਹਨੂੰ ਪੂਰਾ ਕਰਾਂਗੇ, ਜਿਹਦੇ ਵਿੱਚ ਸਾਡੇ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਜੀ ਸਾਡੇ ਨਾਲ ਸਾਡਾ ਸਮਰਥਨ ਕਰ ਰਹੇ ਨੇ। ਤੇ ਅਸੀਂ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀਂ ਅਜਿਹੇ ਅੰਦੋਲਨ ਅਨੇਕਾਂ ਹੀ ਉਲੀਕਾਂਗੇ, ਕਿਉਂਕਿ ਅਸੀਂ ਹੁਣ ਮਰੇ ਤਾਂ ਹੋਈ ਹਾਂ, ਸਾਡੇ ਕੋਲ ਕੋਈ ਵਿਚਾਰਾ ਨਹੀਂ ਹੋਰ ਕੁਝ ਕਰਨ ਦਾ। ਕਿਉਂਕਿ ਹੁਣ ਤੱਕ ਅਸੀਂ ਕਾਲਜਾਂ ਦੇ ਵਿੱਚ ਵੀ 15-20 ਦਿਨ ਤੋਂ ਬੈਠੇ ਹਾਂ ਤੇ ਸਰਕਾਰ ਅੱਜ ਤੱਕ ਟਸ ਤੋਂ ਮਸ ਨਹੀਂ ਹੋਈ। ਠੀਕ ਆ, ਉਹਦੇ ਸਿਰ ਤੇ ਕੋਈ ਜੂੰ ਨਹੀਂ ਰਹਿੰਗੀ ਕਿ ਉਹਨੇ ਸਾਡਾ ਇੱਕ ਵੀ ਕੰਮ ਕੀਤਾ ਹੋਵੇ। ਇਹ ਸਰਕਾਰ ਆ ਜਿਹੜੀ ਇਹ ਸਿਰਫ ਧੋਖੇਬਾਜ਼ੀ ਦੀ ਸਰਕਾਰ ਅਸੀਂ ਕਹਿ ਸਕਦੇ ਹਾਂ, ਸਰਕਾਰ ਦੀਆਂ ਨਲਾਇਕੀਆਂ ਅਸੀਂ ਕਹਿ ਸਕਦੇ ਹਾਂ ਕਿ ਸਰਕਾਰ ਦੀ ਨਲਾਇਕੀ ਦੀ ਵਜ੍ਹਾ ਨਾਲ ਅਸੀਂ ਇੱਥੇ 10 ਤੋਂ 15 ਸਾਲ ਇੱਦਾਂ ਹੀ ਬਿਨਾਂ ਮਤਲਬ ਕਿਸੇ ਛੋਟੀਆਂ ਤਨਖਾਹਾਂ ਤੇ 3000 7000 10000 ਵੀ ਅੱਜ ਸਰਕਾਰ ਸਾਨੂੰ ਸਿਰਫ 10000 ਦੇ ਰਹੀ ਆ। ਬਾਕੀ ਜਿਹੜੀ ਤਨਖਾਹ ਆ ਉਹ ਸਾਨੂੰ ਬੱਚਿਆਂ ਦੇ ਮਾਪੇ ਦੇ ਰਹੇ ਨੇ। ਇਹ ਸਰਕਾਰ ਦੀਆਂ ਨਲਾਇਕੀਆਂ ਨੇ ਤੇ ਉਹ ਸਾਰੀਆਂ ਨਲਾਇਕੀਆਂ ਸਰਕਾਰ ਅੱਜ
ਆਪਣੀਆਂ ਉਹਨਾਂ ਉੱਤੇ ਮਿੱਟੀ ਪਾਉਣਾ ਚਾਹੁੰਦੀ ਆ, ਠੀਕ ਆ, ਕਿ ਉਹ ਨਲਾਇਕੀਆਂ ਦੇ ਮਿੱਟੀ ਪਾ ਕੇ ਅਸੀਂ ਇਹ 1100 ਪੋਸਟਾਂ ਕੱਢ ਕੇ ਸਾਨੂੰ ਹਟਾ ਕੇ ਬਾਕੀ ਅਸੀਂ ਫਿਰ ਸੌਂ ਜਾਾਂਗੇ ਲੰਮੇ ਸਮੇਂ ਲਈ। ਬਸ ਸਾਨੂੰ ਤਾਂ ਇਹੀ ਲੱਗਦਾ ਆ ਕਿ ਸਰਕਾਰ ਆਪਣੀਆਂ ਨਲਾਇਕੀਆਂ ਤੇ ਮਿੱਟੀ ਪਾਉਣਾ ਚਾਹੁੰਦੀ ਹੈ ਇਹ ਪੋਸਟਾਂ ਕੱਢ ਕੇ। ਪੋਸਟਾਂ ਕੱਢੇ ਸਰਕਾਰ, ਜਿਹੜੀਆਂ 591 ਪੋਸਟਾਂ ਖਾਲੀ ਪਈਆਂ ਨੇ, ਸਾਨੂੰ ਉਹਨਾਂ ਤੱਕ ਕੋਈ ਦਿੱਕਤ ਨਹੀਂ ਕਿ 591 ਪੋਸਟਾਂ ਸਰਕਾਰ ਨਾ ਕੱਢੇ, ਪਰ ਜਿਹੜੇ ਅਸੀਂ ਬੈਠੇ ਹੋਏ ਆ ਸਾਡੇ ਵਿੱਚੋਂ ਇੱਕ ਵੀ ਬੰਦਾ ਕੋਈ ਬਾਹਰ ਨਹੀਂ ਜਾਣਾ ਚਾਹੀਦਾ। ਜੇ ਕੋਈ ਬਾਹਰ ਬੰਦਾ ਗਿਆ ਅਸੀਂ ਇਦਾਂ ਹੀ ਸਾਰੇ ਫੇਰ ਉਹਦੇ ਨਾਲ ਬੈਠੇ ਆ। ਕੋਈ ਇਹ ਨਹੀਂ ਕਿ ਹਾਂਜੀ ਮੈਨੂੰ 10 ਸਾਲ ਹੋ ਗਏ ਲੱਗੀ ਨੂੰ 15 ਸਾਲ ਅਸੀਂ ਉਹਨਾਂ ਨਾਲ ਨਹੀਂ ਬੈਠਾਂਗੇ, ਅਸੀਂ ਇਦਾਂ ਹੀ ਫੇਰ ਅਸੀਂ ਸੜਕਾਂ ਤੇ ਉਤਰਾਂਗੇ। ਗ੍ਰੈਜੂਏਸ਼ਨ ਕਰ ਰਹੇ ਹਾਂ, ਸੈਕੰਡ ਈਅਰ ਦਾ ਸਟੂਡੈਂਟ ਆ ਸਰ। ਦੇਖੋ ਵੀ ਜਿਹੜੇ ਸਾਡੇ ਪ੍ਰੋਫੈਸਰ ਨੇ ਉਹ ਅੱਜ ਇੰਨੇ ਜ਼ਿਆਦਾ ਪਰੇਸ਼ਾਨ ਹੋ ਗਏ ਨੇ ਵੀ ਉਹ ਇੱਥੇ ਧਰਨਿਆਂ ਤੇ ਪੱਕੇ ਤੇ ਬੈਠ ਗਏ ਨੇ। 10-15 ਦਿਨ ਤੋਂ ਉੱਪਰ ਹੋ ਗਏ ਇਹਨਾਂ ਨੂੰ ਧਰਨਿਆਂ ਤੇ ਬੈਠਿਆਂ ਨੂੰ। ਤੇ ਹੁਣ ਜੇ ਗੱਲ ਕੀਤੀ ਜਾਵੇ ਵੀ ਮੇਰੇ ਜਿਹੜੇ ਸਬਜੈਕਟਸ ਨੇ, 5 ਸਬਜੈਕਟ ਮੈਂ ਪੜ੍ਹ ਰਿਹਾ ਇਸ ਕਾਲਜ ਦੇ ਵਿੱਚ, ਤੇ ਪੰਜੋ ਜਿਹੜੇ ਮੇਰੇ ਪ੍ਰੋਫੈਸਰ ਨੇ ਉਹ ਗੈਸਟ ਫੈਕਲਟੀ ਪ੍ਰੋਫੈਸਰਸ ਨੇ, ਤੇ ਮੇਰਾ ਇੱਕ ਵੀ ਲੈਕਚਰ ਨਹੀਂ ਲੱਗ ਰਿਹਾ। ਪਿਛਲੇ ਸਾਲ ਤੁਹਾਨੂੰ ਸਭ ਨੂੰ ਪਤਾ ਵੀ ਕਰੋਨਾ ਆ ਗਿਆ ਸੀ, ਕੋਵਿਡ ਨੇ ਕਿੰਨਾ ਜ਼ਿਆਦਾ ਸਾਡੀ ਪੜ੍ਹਾਈ ਦਾ ਨੁਕਸਾਨ ਕੀਤਾ ਹੈ, ਤੇ ਹੁਣ ਆ ਸਾਡੇ ਪ੍ਰੋਫੈਸਰ ਹੜਤਾਲ ਤੇ ਆ ਗਏ ਨੇ। ਮੈਂ ਪ੍ਰੋਫੈਸਰਾਂ ਨੂੰ ਕੁਝ ਨਹੀਂ ਕਹਾਂਗਾ, ਇਹ ਸਾਡੀ ਪੜ੍ਹਾਈ ਦਾ ਨੁਕਸਾਨ ਸਾਡੀ ਸਰਕਾਰ ਕਰ ਰਹੀ ਹੈ, ਕਿਉਂਕਿ ਸਰਕਾਰ ਤਾਂ ਸਾਨੂੰ ਇਹ ਚਾਹੁੰਦੀ ਹੈ ਵੀ ਤੁਸੀਂ ਇੱਥੋਂ ਬਾਹਰ ਨਿਕਲੋ, ਤੁਸੀਂ ਇੱਥੋਂ ਜਾਓ, ਤੁਸੀਂ ਇਸ ਦੇਸ਼ 'ਚ ਨਾ ਰਹੋ। ਤਾਂ ਕਰਕੇ ਵੀ ਅਸੀਂ ਇੱਕ ਗੱਲ ਕਹਿੰਦੇ ਆ ਵੀ ਸਰਕਾਰ ਨੂੰ ਇੱਕ ਬੇਨਤੀ ਕਰਦੇ ਆ, ਆਪਣੇ ਸਿੱਖਿਆ ਮੰਤਰੀ ਜੀ ਨੂੰ, ਆਪਣੇ CM ਸਾਹਿਬ ਨੂੰ, ਵੀ ਸਾਡੇ ਪ੍ਰੋਫੈਸਰਾਂ ਦਾ ਕੁਛ ਨਾ ਕੁਛ ਸੁਣਿਆ ਜਾਵੇ, ਉਹਨਾਂ ਦਾ ਹੱਲ ਕਰੋ, ਤਾਂ ਜੋ ਅਸੀਂ ਆਪਣੀ ਪੜ੍ਹਾਈ ਤੇ ਦੁਬਾਰਾ ਆਪਣੀ ਪੜ੍ਹਾਈ ਕਰੀਏ ਤੇ ਆਪਣਾ ਫਿਊਚਰ ਸੇਫ ਕਰੀਏ। ਇਹਨਾਂ ਦਾ ਫਿਊਚਰ ਸੇਫ ਹੋਊਗਾ ਤਾਂ ਹੀ ਸਾਡਾ ਫਿਊਚਰ ਸੇਫ ਹੋਏਗਾ।